ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਲੈਸਨ ਵਿੱਚ ਅਸੀਂ ਗੁਣਾ ਅਤੇ ਭਾਗ ਮੌਲਿਕ ਸੰਕ੍ਰਿਆਵਾਂ ਦੀ ਦੁਹਰਾਈ ਕਰਾਂਗੇ। ਉਹਨਾਂ ਦੇ ਨਾਲ ਰਿਲੇਟਡ ਜਿਹੜੇ ਆ ਸਵਾਲ ਉਹ ਅਸੀਂ ਹੱਲ ਕਰਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਆਓ ਸ਼ੁਰੂ ਕਰਦੇ ਹਾਂ ਅਸੀਂ ਅੱਜ ਦੀ ਦੁਹਰਾਈ। ਔਰ ਇਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਦੇਖਦੇ ਹਾਂ ਗੁਣਾ ਦਾ, ਉਹ ਸਾਡੇ ਕੋਲ ਕੀ ਹੈ। ਮੌਲਿਕ ਸੰਕ੍ਰਿਆਵਾਂ ਗੁਣਾ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਵਾਲ ਅਸੀਂ ਕਰਨ ਜਾ ਰਹੇ ਹਾਂ, ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। 7345 ਨੂੰ ਅਸੀਂ 6 ਨਾਲ ਗੁਣਾ ਕਰਨਾ ਹੈ। 7345 ਨੂੰ 6 ਨਾਲ ਆਪਾਂ ਗੁਣਾ ਕਰਨਾ ਹੈ। ਠੀਕ, ਤੋ 6 ਨੂੰ 5 ਨਾਲ ਕੀਤਾ, 6 5 30 ਸਾਡੇ ਕੋਲ ਆਏਗਾ। 30 ਦਾ 0 ਜਿਹੜਾ ਅਸੀਂ ਇੱਥੇ ਲਿਖਾਂਗੇ। ਠੀਕ ਹੈ, 3 ਜਿਹੜਾ ਹਾਸਲ ਆਏਗਾ। ਤੋ 6 ਚੌਕਾ 24, 24 ਤੇ 3 ਸਾਡੇ ਕੋਲ 27, 27 ਦਾ 7 ਤੇ ਇੱਥੇ ਆ ਜਾਏਗਾ, 2 ਸਾਡੇ ਕੋਲ ਹਾਸਲ ਆ ਜਾਏਗਾ। ਠੀਕ ਹੈ, 6 ਤੇ 18, 18 ਤੇ 2 20, 2 ਹਾਸਲ ਆ ਜਾਏਗਾ। 7 6 42, 42 ਤੇ 2 ਸਾਡੇ ਕੋਲ ਬਣ ਜਾਣਗੇ 44। ਠੀਕ ਹੈ, ਤੋ 44070 ਜਿਹੜਾ ਸਾਡੇ ਕੋਲੋਂ ਪਹਿਲੇ ਸਵਾਲ ਦਾ ਉੱਤਰ ਬਣ ਜਾਂਦਾ ਹੈ। ਇਸ ਤੋਂ ਬਾਅਦ ਦੂਜਾ ਸਵਾਲ ਸਾਡੇ ਕੋਲ ਹੈ 2308। 2308 ਨੂੰ ਅਸੀਂ ਗੁਣਾ ਕਰਨਾ ਹੈ 35 ਦੇ ਨਾਲ। ਤੋ ਸਭ ਤੋਂ ਪਹਿਲਾਂ ਅਸੀਂ ਇਕਾਈ ਦੇ ਅੰਕ ਦੇ ਨਾਲ ਗੁਣਾ ਕਰਾਂਗੇ। 8 5 ਸਾਡੇ ਕੋਲ ਜਿਹੜਾ 40 ਬਣੇਗਾ। 40 ਦਾ 4 0 ਜਿਹੜਾ ਇੱਥੇ ਲਿਖਿਆ ਜਾਏਗਾ, ਔਰ 4 ਜਿਹੜਾ ਸਾਡੇ ਕੋਲ ਹਾਸਲ ਆਏਗਾ। 5 ਨੂੰ 0 ਨਾਲ ਗੁਣਾ ਕਰਾਂਗੇ ਤਾਂ 0 ਆਏਗਾ। 0 4 ਜੋੜਾਂਗੇ ਤਾਂ ਸਾਡੇ ਕੋਲ 4 ਪ੍ਰਾਪਤ ਹੋਏਗਾ। ਇਸ ਤੋਂ ਬਾਅਦ 5 ਤੀਆ 15, 15 ਦਾ 5 ਇੱਥੇ ਆ ਜਾਏਗਾ, ਔਰ 1 ਜਿਹੜਾ ਸਾਡੇ ਕੋਲ ਹਾਸਲ ਆਏਗਾ। 5 ਦੂਣੀ 10, 10 ਤੇ 1 11। ਠੀਕ ਹੈ, ਇਹ ਸਾਡੇ ਕੋਲ 11 ਆ ਜਾਏਗਾ। ਤੋ ਇਸ ਤੋਂ ਬਾਅਦ ਜਦ ਦਹਾਈ ਦੇ ਅੰਕ ਦੇ ਨਾਲ ਗੁਣਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲੇ ਸਥਾਨ ਤੇ ਉੱਤੇ ਇੱਥੇ 0 ਜਿਹੜੀ ਲਿਖ ਲਾਂਗੇ। ਤੋ ਇਸ ਤੋਂ ਬਾਅਦ 8 ਤੀਆ 24, 24 ਦੇ ਵਿੱਚੋਂ 4 ਜਿਹੜਾ ਹੈ ਉਹ ਇੱਥੇ ਲਿਖਿਆ ਜਾਏਗਾ, ਔਰ 2 ਜਿਹੜਾ ਸਾਡੇ ਕੋਲ ਇਹਦੇ 'ਚ ਹਾਸਲ ਆਏਗਾ। ਫਿਰ ਉਸ ਤੋਂ ਬਾਅਦ 3 ਨੂੰ 0 ਨਾਲ ਕਰਾਂਗੇ ਤਾਂ 0 ਆਏਗਾ। 0 'ਚ 2 ਜੋੜਾਂਗੇ ਤਾਂ ਸਾਡੇ ਕੋਲ 2 ਆਏਗਾ। 3 ਤੀਆ 9 ਆ ਜਾਏਗਾ, ਔਰ 3 ਦੂਣੀ 6 ਆ ਜਾਏਗਾ। ਠੀਕ ਹੈ, ਤੋ ਇਹਨਾਂ ਦੋਨਾਂ ਨੂੰ ਜੋੜਨ ਤੇ ਸਾਡੇ ਕੋਲ ਜਿਹੜਾ 0 ਇਕਾਈ ਦਾ ਅੰਕ ਬਣਦਾ ਹੈ। 4 4 8 ਸਾਡੇ ਕੋਲ ਦਹਾਈ ਦਾ ਅੰਕ ਬਣ ਜਾਂਦਾ ਹੈ। ਇਸੇ ਤਰ੍ਹਾਂ 5 ਤੇ 2 7 ਸੈਂਕੜੇ ਦਾ ਅੰਕ। 9 ਤੇ 1 10 ਬਣਦਾ ਹੈ। 10 ਦਾ 0 ਇੱਥੇ ਆਏਗਾ। 1 ਜਿਹੜਾ ਹੈ ਉਹ ਸਾਡੇ ਕੋਲ ਹਾਸਲ ਚਲਿਆ ਜਾਏਗਾ। 1 1 2 6 ਤੇ 2 8 ਜਿਹੜਾ ਸਾਡੇ ਕੋਲ ਬਣ ਜਾਣਗੇ। ਠੀਕ ਹੈ ਜੀ, ਤੋ 80780 ਜਿਹੜਾ ਹੈ ਸਾਡੇ ਕੋਲ ਦੂਜੇ ਸਵਾਲ ਦਾ ਉੱਤਰ ਬਣਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡਾ ਵੀ ਇੰਨਾ ਹੀ ਉੱਤਰ ਆਇਆ ਹੋਵੇਗਾ। ਸੋ ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਹੁਣ 1512 ਨੂੰ ਭਾਵੇਂ 1512 ਨੂੰ 105 ਦੇ ਨਾਲ ਗੁਣਾ ਕਰਾਂਗੇ। ਠੀਕ ਹੈ ਵਿਦਿਆਰਥੀਓ, ਤੋ ਸਭ ਤੋਂ ਪਹਿਲਾਂ 5 ਦੇ ਨਾਲ ਅਸੀਂ ਗੁਣਾ ਕਰਨ ਜਾ ਰਹੇ ਹਾਂ। 5 ਦੂਣੀ 10 ਹੋਏਗਾ। 0 ਇੱਥੇ ਆਏਗਾ, 1 ਹਾਸਲ ਆਏਗਾ। 5 1 5, 5 ਤੇ 1 6। ਫਿਰ 5 5 25 ਸਾਡੇ ਕੋਲ ਹੋ ਜਾਏਗਾ। 25 ਦਾ 5 ਆ ਜਾਏਗਾ। 2 ਹਾਸਲ ਆਣਗੇ। 5 ਤੇ 1 5, 5 ਤੇ 2 7, ਇੱਥੇ ਸਾਡੇ ਕੋਲ 7 ਅੰਕ ਜਿਹੜਾ ਪ੍ਰਾਪਤ ਹੋਏਗਾ। ਤੋ ਇਸ ਤੋਂ ਬਾਅਦ ਹੁਣ ਅਸੀਂ 0 ਦੇ ਨਾਲ ਦਹਾਈ ਦੇ ਅੰਕ ਨਾਲ ਗੁਣਾ ਕਰਾਂਗੇ। ਉੱਥੇ ਇੱਕ ਤਾਂ ਅਸੀਂ ਪਹਿਲਾਂ ਹੀ 0 ਇੱਥੇ ਆਪਣੇ ਕੋਲੋਂ ਲਗਾ ਲਵਾਂਗੇ। ਫਿਰ 0 ਨੂੰ 2 ਨਾਲ ਕੀਤਾ, 0 0 ਨੂੰ 1 ਨਾਲ ਕੀਤਾ, 0 0 ਨੂੰ 5 ਨਾਲ ਗੁਣਾ ਕੀਤਾ, ਫਿਰ 0 0 ਨੂੰ 1 ਨਾਲ ਗੁਣਾ ਕੀਤਾ, ਫਿਰ ਸਾਡੇ ਕੋਲ 0 ਪ੍ਰਾਪਤ ਹੋਏਗਾ। ਇਸ ਤੋਂ ਬਾਅਦ ਸੈਂਕੜੇ ਵਾਲੇ ਅੰਕ 2 1 ਦੇ ਨਾਲ ਅਸੀਂ ਮਲਟੀਪਲਾਈ ਕਰਨਾ ਹੈ, ਉੱਪਰ ਗੁਣਾ ਕਰਨਾ ਹੈ। ਤੋ ਇਹਦੇ ਲਈ ਪਹਿਲਾਂ ਅਸੀਂ ਇੱਥੇ 2 ਸਥਾਨਾਂ ਦੇ ਉੱਤੇ 0 ਲਗਾ ਲਵਾਂਗੇ। ਤੋ 2 ਨੂੰ 1 ਨਾਲ ਕੀਤਾ ਹੈ, ਸਾਡੇ ਕੋਲ 2 ਆਏਗਾ, 1 ਆਏਗਾ, 5 ਆਏਗਾ ਤੇ 1 ਆਏਗਾ। ਕਿਉਂਕਿ 1 ਨੂੰ 1512 ਨਾਲ ਗੁਣਾ ਕਰਾਂਗੇ, ਸਾਡੇ ਕੋਲ 1512 ਹੀ ਪ੍ਰਾਪਤ ਇੱਥੇ ਹੋ ਜਾਏਗਾ। ਤੋ ਹੁਣ ਅਸੀਂ ਇਹਨਾਂ ਨੂੰ ਜੋੜ ਕਰਨਾ ਹੈ। 0 ਇਹ ਸਾਡੇ ਕੋਲ 0 ਹੀ ਰਹੇਗਾ। 6 5 ਤੇ 2 ਜਿਹੜੇ ਸਾਡੇ ਕੋਲ 7 ਬਣ ਜਾਣਗੇ। 7 ਤੇ 1 ਜਿਹੜਾ ਹੈ ਉਹ ਸਾਡੇ ਕੋਲ 8 ਬਣ ਜਾਏਗਾ। ਇਹ ਸਾਡੇ ਕੋਲ 5 ਔਰ ਇਹ ਸਾਡੇ ਕੋਲ 1। ਠੀਕ ਹੈ, ਤੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡੇ ਕੋਲ ਤੀਜਾ ਸਵਾਲ ਹੈ, C ਪਾਰਟ ਹੈ, ਉਹਦਾ ਜਿਹੜਾ ਸਾਡੇ ਕੋਲ ਉੱਤਰ ਹੈ 1,58,760 ਬਣਦਾ ਹੈ। ਮੈਨੂੰ ਉਮੀਦ ਹੈ ਕਿ ਇਹ ਸਵਾਲ ਵੀ ਤੁਹਾਡਾ ਸਹੀ ਆਇਆ ਹੋਵੇਗਾ, ਤੁਸੀਂ ਇਹਨੂੰ ਵੀ ਹੱਲ ਕਰ ਲਿਆ ਹੋਵੇਗਾ। ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਸਾਡੇ ਕੋਲ ਦੂਜਾ ਹੈ, ਇਹਦੇ ਵਿੱਚ ਸਾਨੂੰ ਕੀ ਪੁੱਛਿਆ ਗਿਆ ਹੈ ਕਿ ਸਟਾਰ ਦੀ ਥਾਂ ਅੰਕ ਭਰੋ। ਠੀਕ ਹੈ, ਇਹ ਜਿਹੜੇ ਸਾਡੇ ਕੋਲ ਸਟਾਰ ਇੱਥੇ ਲਗਾਏ ਗਏ ਨੇ, ਇਹਨਾਂ ਦੀ ਜਗ੍ਹਾ ਤੇ ਅਸੀਂ ਅੰਕ ਭਰਨੇ ਨੇ। ਤੋ ਵਿਦਿਆਰਥੀਓ ਦੇਖਦੇ ਆਪਾਂ ਸਭ ਤੋਂ ਪਹਿਲਾਂ 5 ਨੂੰ 5 ਦੇ ਨਾਲ ਜਦੋਂ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ 5 5 25 ਜਿਹੜਾ ਪ੍ਰਾਪਤ ਹੋਏਗਾ। 25 ਦਾ 5 ਇੱਥੇ ਆਏਗਾ, 2 ਜਿਹੜੇ ਉਹ ਹਾਸਲ ਆ ਜਾਣਗੇ। ਠੀਕ ਹੈ, ਫਿਰ 5 ਨੂੰ 3 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 5 ਤੀਆ 15, 15 ਦੇ ਵਿੱਚ ਇਹ 2 ਜਦੋਂ ਅਸੀਂ ਜੋੜੇ ਤਾਂ ਸਾਡੇ ਕੋਲ 17 ਬਣ ਜਾਂਦੇ ਨੇ। 17 ਦਾ 7 ਇੱਥੇ ਆ ਜਾਏਗਾ ਤੇ 1 ਜਿਹੜਾ ਸਾਡੇ ਕੋਲ ਉਹ ਹਾਸਲ ਆ ਜਾਏਗਾ। ਉਸ ਤੋਂ ਬਾਅਦ ਅੱਗੇ ਸਾਡੇ ਕੋਲ ਜਿਹੜੀ ਇੱਥੇ ਸੰਖਿਆ ਹੈ ਉਹ ਹੈ 6। ਤੋ 5 ਨੂੰ ਅਸੀਂ ਕਿਸ ਸੰਖਿਆ ਨਾਲ ਗੁਣਾ ਕਰੀਏ, ਫਿਰ ਉਹਦੇ 'ਚ 1 ਜੋੜੀਏ ਕਿ ਸਾਡੇ ਕੋਲ 6 ਆਏ। 5 ਨੂੰ ਜੇ ਅਸੀਂ 1 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 5 1 5 ਬਣੇਗਾ। ਫਿਰ ਉਹ 5 ਦੇ ਵਿੱਚ 1 ਜੋੜਾਂਗੇ ਤਾਂ ਸਾਡੇ ਕੋਲ ਇਹ 6 ਆਏਗਾ। ਸੋ ਪਹਿਲੀ ਜਿਹੜੀ ਇਹ ਸਾਡੇ ਕੋਲ ਖਾਲੀ ਸਥਾਨ ਸੀ ਪਹਿਲਾ, ਉਹ ਸਾਡੇ ਕੋਲ ਸੰਖਿਆ ਅੰਕ ਜਿਹੜਾ 1 ਉੱਥੇ ਬਣ ਜਾਂਦਾ ਹੈ। ਠੀਕ ਹੈ, ਤੋ ਇਸ ਤੋਂ ਬਾਅਦ ਹੁਣ ਦੂਜਾ ਜਿਹੜਾ ਦਹਾਈ ਦਾ ਅੰਕ ਹੈ ਇਹ ਸਾਨੂੰ ਨਹੀਂ ਪਤਾ ਹੈ ਵੇ ਕੀ ਹੈ।
पर असी चलो देखते हैं। तो दहाई के अंक के लिए सब तो पहला तो इत्थे पहली 0 जी लगा ली जाएगी, ठीक है। हुण इस अंक नूं जदों असीं 5 नाल गुणा करना है तो साडे कोल जिहड़ा उत्तर है वो थल्ले 0 प्राप्त होना चाहिए है, ठीक है। तो किस संख्या नूं असीं 5 नाल गुणा करिए कि साडे कोल इत्थे 0 आए, ठीक है। एक तो 0 नाल असीं गुणा करांगे तां 0 आएगा, पर अगर इत्थे असीं संख्या 0 लगा लैंदे आ तो अगले सारे अंक साडे कोल 0 बनने चाहिए सन, जो कि नहीं बन रहे। इहदा मतलब इत्थे 0 नहीं आएगा, कोई होर संख्या आएगा जिन्हों 5 नाल गुणा करन ते साडे कोल जिहड़ा इहो जी संख्या प्राप्त होए जिहदा इकाई दा अंक साडे कोल 0 होए, जिहड़ा असीं इत्थे लिख सकीए। सो जेकर असीं ये वाला अंक जिहड़ा 0 प्राप्त करना है तो सानूं इत्थे 5 नूं किसी भी जिस संख्या दे नाल गुणा करना पएगा। जेकर असीं 2 नाल गुणा करांगे तो 10 आएगा, 10 का 0 इत्थे लगाया जा सकता है। 4 नाल गुणा करांगे तो साडे कोल 5 चौका 20 आएगा, 20 का 0 इत्थे लगाया जा सकता है। 6 नाल गुणा करांगे तो 6 पंजा 30 आएगा, 30 का 0 इत्थे लगाया जा सकता है। सो एक तो चीज़ क्लीयर है कि इत्थे साडे कोल कोई ना कोई जिस संख्या ही आएगी, पर जिस संख्या किहड़ी आएगी वो सानूं देखना पएगा। तो उहदे लई पहलां असीं बाकी दीआं खाली थावां ते थोड़ा जिहा निगाह मारदे हां। देखो ये जिहड़ा 5 ते 0 है, 5 ते 0 का जोड़ तो साडे कोल 5 ही आएगा, तो ये तो साडे कोल संख्या जिहड़ी 5 बन जाएगी, ठीक है। उस तो बाद ये साडे कोल 7 ते 0 7 है, 6 ते 1 7 है, तो 8 6 ते 1 7 है। इसका मतलब 7 इत्थे साडे कोल समाप्त है, अगे साडे कोल कोई हासिल नहीं जा रहा। तो इसका मतलब ऊपर जिहड़ी संख्या है वो साडे कोल 8 ही होएगी, तां ही उहदे नीचे असीं 8 इत्थे लिख सकांगे। तो ये वाली जिहड़ी संख्या है वो मेरे कोल बन जाती है 8, ठीक है। हुण असीं ये देखते हाँ कि असीं 135 नूं किस संख्या दे नाल गुणा करिए तां कि साडे कोल जिहड़ा है 810 प्राप्त हो सके, ठीक है ना। 135 नूं असीं किस संख्या नाल गुणा करांगे तां कि साडे कोल जिहड़ा दहाई दे अंक दे नाल गुणा करन दे नाल साडे कोल इत्थे 810 प्राप्त होए। तो 810 दे लई मैनूं लगदा जे 4 नाल गुणा करांगे तां 4 एकम 4 400 500 दे करीब आएगी। 6 दे नाल असीं गुणा करके देख लैने 135 नूं तां शायद 108 जिहड़ा 810 है वो बनदा होएगा। 135 नूं 6 नाल गुणा करके देखते हैं तो 6 पंजा 30 3 हासिल आएगा, 6 तीह 18 18 ते 3 21 21 का 1 2 हासिल आएगा, और 6 एकम 6 6 ते 2 8 बिल्कुल ठीक, ठीक है। तो इसका मतलब 135 नूं जे असीं 6 नाल गुणा करते हैं तो साडे कोल ये जिहड़ी रकम है 810 वो संख्या बनती है। तो उहदे नाल ही साडे कोल पूरा सवाल जिहड़ा है वो खाली स्थान जिन्ने साडे कोल सीगे वो सारे पता लग जाते हैं, ठीक है। तो मैनूं उम्मीद है कि ये सवाल तुसीं बहुत चंगी तरह समझ लिया होएगा। सो तीजे नंबर ते असीं एक दोहराई करांगे कि किसी भी संख्या दी 0 1 10 100 जां इसी तरह दी संख्यावां भाव 1000 10,000 ਲੱਖ आदि दे नाल गुणा करना, ठीक है। तो ये बारे भी असीं वैसे पढ़ चुके हैं। तो अगर किसी भी संख्या उदाहरण के तौर पर मैं एक संख्या 15 ले लेना, ठीक है। ਇਹਦੀ जगह तो कोई भी संख्या ली जा सकती है, हर एक दे नाल इक्को ही तरीके दे नाल असीं गुणा जिहड़ी ਉਹ करते हैं। तो 15 जे साडे कोल आ जाती संख्या 15 नूं जदों असीं 0 दे नाल गुणा करांगे तो सानूं पता है कि किसी भी संख्या नूं जेकर असीं 0 नाल गुणा करते हैं तो साडे कोल उत्तर भी 0 ही प्राप्त होएगा, ठीक है। तो ये साडे कोल बन जाएगा 0 भाव 0। इस तो बाद असीं 15 नूं 1 नाल गुणा करते हैं। जदों असीं 15 नूं 1 नाल गुणा करांगे तो ये साडे कोल उत्तर जिहड़ा बराबर है वो भी 15 प्राप्त होएगा। जदों असीं 15 नूं 10 नाल गुणा करते हैं तो सानूं कोई जरूरत नहीं है कि 10 दे नाल इहनूं गुणा करके असीं देखिए, सीधा ही आंसर असीं लिख सकते हैं इसका। 15 नूं 1 नाल गुणा करांगे तो 15 ही आएगा, और ये जिहड़ी 0 है वो असीं पिछे लगा देवांगे, ठीक है। तो 15 नूं 10 नाल गुणा करन ते साडे कोल 150 बन जाता है। इसी ढंग दे नाल जेकर असीं 15 नूं 100 दे नाल गुणा करांगे तो की उत्तर आएगा बच्चों? बिल्कुल ठीक, ये साडे कोल 1500 बन जाएगा, ठीक है। 15 नूं 1 नाल गुणा किया 15 एकम 15 पिछे 2 0 जिहड़ियां दोनों सिफरां वो पिछे आ जाणगियां। इसी तरह 15 नूं जेकर असीं 1000 नाल गुणा करते हैं तो ये साडे कोल 15,000 बन जाता है। जे असीं 15 नूं 10,000 नाल गुणा करांगे तो 10,000 दे नाल 4 सिफरां ने साडे कोल 15 दे नाल भी 4 सिफरां जिहड़ियां वो आ जाएगी। 1,50,000 जी है वो साडे कोल संख्या बन जाएगी। इसी तरह अगली संख्या तुसीं दस सकते हो कि की आएगी। 15 नूं जदों असीं 1 ਲੱਖ दे नाल गुणा करांगे तो साडे कोल 15 एकम 15 रहेगा, और पिछे साडे कोल 5 सिफरां जिहड़ियां आ जाणगियां, ठीक है। इहदे नाल जिहड़ी संख्या है साडे कोल कितनी बन जाती है? 15 ਲੱਖ। तो इसे ढंग दे नाल एक दे नाल चाहे जिन्नियां भी 0 लगियां ने उन्होंने असीं किसी भी संख्या दे नाल गुणा करिए तो उन्नियां ही 0 उस संख्या के पिछे लग के साडे कोल उत्तर जिहड़ा है वो प्राप्त हो जाता है, ठीक है विद्यार्थियों। ये बहुत ही इंपॉर्टेंट चीज़ है, बहुत सवालों के विच तुसीं बहुत ईजीली इन्हों यूज़ करके अपनी जिहड़ी कैलकुलेशन है गणना है उन्होंने घटा सकते हो। आओ इसे चीज़ के अभ्यास लिए कुछ सवाल जिहड़े आपां देख लैंदे आ।
ਜਿਵੇਂ 451 ਨੂੰ ਜੇਕਰ ਅਸੀਂ 1 ਨਾਲ ਗੁਣਾ ਕਰਦੇ ਹਾਂ ਤਾਂ ਇਹ ਸਾਡੇ ਕੋਲ 451 ਹੀ ਪ੍ਰਾਪਤ ਹੋਏਗਾ। ਵੈਰੀ ਗੁੱਡ। ਔਰ 8135 8135 ਨੂੰ ਅਸੀਂ 10 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਕੀ ਆਏਗਾ? ਬਿਲਕੁਲ ਠੀਕ ਪਛਾਣਿਆ ਤੁਸੀਂ, ਸਾਡੇ ਕੋਲ 81350 ਬਣ ਜਾਏਗਾ। ਠੀਕ ਹੈ, ਇੱਕ ਜ਼ੀਰੋ ਜਿਹੜੀ ਉਹ ਪਿੱਛੇ ਆ ਜਾਏਗੀ। ਇਸੇ ਤਰ੍ਹਾਂ 650 ਨੂੰ ਜਦੋਂ ਅਸੀਂ 100 ਦੇ ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ ਕੀ ਆਏਗਾ? ਇੱਕ ਜ਼ੀਰੋ ਤਾਂ ਇਹਦੇ 'ਚ ਪਹਿਲੇ ਹੀ ਹੈ, ਦੋ ਸਿਫਰਾਂ ਜਿਹੜੀਆਂ ਹੋਰ ਲੱਗ ਜਾਣਗੀਆਂ ਤਾਂ ਸਾਡੇ ਕੋਲ 65000 ਬਣ ਜਾਏਗਾ। ਠੀਕ ਹੈ, तो 3090 ਨੂੰ ਜਦੋਂ ਅਸੀਂ 0 ਨਾਲ ਗੁਣਾ ਕਰਾਂਗੇ ਤਾਂ ਕੀ ਉੱਤਰ ਆਏਗਾ ਬੱਚਿਓ? ਬਿਲਕੁਲ ਸਹੀ ਉੱਤਰ ਸਾਡੇ ਕੋਲ ਆਏਗਾ 0। ਇਹ ਤਾਂ ਸਭ ਤੋਂ ਆਸਾਨ ਕੁਐਸਚਨ ਸੀ। ਠੀਕ ਹੈ, ਇਸੇ ਤਰ੍ਹਾਂ 129 ਨੂੰ ਅਸੀਂ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਸਾਡੇ ਕੋਲ 12900 ਆ ਜਾਏ? 129 ਦੇ ਨਾਲ ਦੋ ਸਿਫਰਾਂ, ਤੋਂ ਸਪਸ਼ਟ ਹੈ ਕਿ ਇੱਥੇ ਸਾਨੂੰ 100 ਦੇ ਨਾਲ ਗੁਣਾ ਕਰਨਾ ਪਏਗਾ। ਠੀਕ ਹੈ, तो इसी ढंग दे नाल किस संख्या ਨੂੰ ਅਸੀਂ 1000 ਦੇ ਨਾਲ ਗੁਣਾ ਕਰੀਏ ਕਿ ਸਾਡੇ ਕੋਲ ਜਿਹੜਾ ਉੱਤਰ ਹੈ ਉਹ 13000 ਪ੍ਰਾਪਤ ਹੋਵੇ? तो ਤੁਸੀਂ ਦੱਸ ਸਕਦੇ ਹੋ। ਵੈਰੀ ਗੁੱਡ। ਅਗਰ 13 ਨੂੰ ਅਸੀਂ 1000 ਦੇ 1000 ਦੇ ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਉੱਤਰ ਜਿਹੜਾ ਉਹ 13000 ਪ੍ਰਾਪਤ ਹੋ ਜਾਏਗਾ। ਠੀਕ ਹੈ ਵਿਦਿਆਰਥੀਓ, तो ਇਹ ਸਾਡੇ ਕੋਲ ਚੌਥਾ ਸਵਾਲ ਸੀ। ਇਹ ਪਿੱਛੇ ਜੋ ਅਸੀਂ ਗੱਲ ਕਰਕੇ ਆਏ ਹਾਂ ਉਹਦੇ ਨਾਲ ਰਿਲੇਟਡ ਕੁਐਸਚਨ ਦੇ ਅਸੀਂ ਅਭਿਆਸ ਕੀਤਾ ਹੈ। ਸੋ ਇਹ ਸਾਡੇ ਕੋਲ ਚੌਥੇ ਸਵਾਲ ਦੇ ਸੋ ਇਹ ਸਾਡੇ ਕੋਲ ਚੌਥਾ ਸਵਾਲ ਸੀ ਅੱਜ ਦਾ। तो ਇਸ ਤੋਂ ਬਾਅਦ ਪੰਜਵਾਂ ਸਵਾਲ ਸਾਡੇ ਕੋਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇੱਕ ਬਕਸੇ ਵਿੱਚ 12 ਟਾਈਲਾਂ ਆਉਂਦੀਆਂ ਹਨ। ਇਸ ਤਰ੍ਹਾਂ ਦੇ 4590 ਬਕਸਿਆਂ ਵਿੱਚ ਕਿੰਨੀਆਂ ਟਾਈਲਾਂ ਆਉਣਗੀਆਂ? ਠੀਕ ਹੈ, ਇੱਕ ਬਕਸੇ ਦੇ ਵਿੱਚ ਟਾਈਲਾਂ ਸਾਨੂੰ ਪਤਾ ਨੇ ਕਿੰਨੀਆਂ, 12 ਆਉਂਦੀਆਂ ਨੇ। तो 4590 ਬਕਸਿਆਂ ਵਿੱਚ ਕਿੰਨੀਆਂ ਟਾਈਲਾਂ ਆਉਣਗੀਆਂ? ਅਸੀਂ ਇਹਨੂੰ 12 ਦੇ ਨਾਲ ਗੁਣਾ ਕਰ ਦਾਂਗੇ। ਬੜੀ ਆਸਾਨੀ ਦੇ ਨਾਲ ਅਸੀਂ ਇਸ ਦਾ ਉੱਤਰ ਪ੍ਰਾਪਤ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਇੱਕ ਬਕਸੇ ਵਿੱਚ ਟਾਈਲਾਂ ਦੀ ਗਿਣਤੀ। ਇੱਕ ਬਕਸੇ ਵਿੱਚ ਸਾਡੇ ਕੋਲ ਟਾਈਲਾਂ ਦੀ ਜਿਹੜੀ ਗਿਣਤੀ ਹੈ ਉਹ 12 ਹੈ। तो ਇਹ ਇਸੇ ਤਰ੍ਹਾਂ ਦੇ 4590 ਬਕਸਿਆਂ ਵਿੱਚ ਟਾਈਲਾਂ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਕੋਲ ਕੀ ਹੋਏਗੀ? ਤਾਂ ਉਹਦੇ ਲਈ ਅਸੀਂ 4590 ਨੂੰ 12 ਦੇ ਨਾਲ ਕੀ ਕਰਾਂਗੇ? ਗੁਣਾ ਕਰ ਦਿਆਂਗੇ। ਠੀਕ ਹੈ, तो ਦੇਖਦੇ ਆਪਾਂ 4590 ਨੂੰ 12 ਦੇ ਨਾਲ ਜੇਕਰ ਅਸੀਂ ਗੁਣਾ ਕਰੀਏ ਤਾਂ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ? ਸਭ ਤੋਂ ਪਹਿਲਾਂ 2 ਨਾਲ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ 0 ਆਏਗਾ। 9 दूनी 18 ਦਾ 8 ਤੇ 1 ਹਾਸਲ, 5 दूनी 10 ਤੇ 1 11, 1 ਹਾਸਲ, 4 दूनी 8 ਤੇ 1 9। ਠੀਕ ਹੈ, तो ਇਸ ਤੋਂ ਬਾਅਦ 1 ਦੇ ਨਾਲ ਅਸੀਂ ਗੁਣਾ ਕਰਦੇ ਹਾਂ 0 9 5 ਤੇ 4। ਠੀਕ ਹੈ, तो ਜੋੜ ਅਸੀਂ ਕਰਾਂਗੇ ਤਾਂ ਸਾਡੇ ਕੋਲ 0 ਪ੍ਰਾਪਤ ਹੋਏਗਾ। 8 ਤੇ 0 ਸਾਡੇ ਕੋਲ 8 ਆਏਗਾ। 9 ਤੇ 1 10, 1 0 ਇੱਥੇ ਆਏਗੀ, ਹਾਸਲ ਚਲੇ ਜਾਏਗਾ। 9 ਤੇ 1 10 ਬਣ ਗਏ, 10 ਤੇ 5 15, 15 ਦਾ 5 ਸਾਡੇ ਕੋਲ ਇੱਥੇ ਆ ਗਿਆ, 1 ਹਾਸਲ, ਤੋਂ 4 ਤੇ 1 ਸਾਡੇ ਕੋਲ 5। तो ਕਹਿਣ ਦਾ ਭਾਵ ਹੈ ਜਿਹੜਾ ਸਾਡੇ ਕੋਲ ਉੱਤਰ ਹੈ ਉਹ ਕੀ ਬਣ ਜਾਂਦਾ ਹੈ? 55080। ਸੋ ਇਸ ਤਰ੍ਹਾਂ ਦੇ 4590 ਬਕਸਿਆਂ ਦੇ ਵਿੱਚ ਸਾਡੇ ਕੋਲ ਜਿਹੜੀ ਟਾਈਲਾਂ ਦੀ ਗਿਣਤੀ ਹੈ ਉਹ ਹੋ ਜਾਏਗੀ 55080। ਸੋ ਇਸ ਤਰ੍ਹਾਂ 4590 ਬਕਸਿਆਂ ਵਿੱਚ 55080 ਟਾਈਲਾਂ ਆਉਣਗੀਆਂ। ਠੀਕ ਹੈ ਵਿਦਿਆਰਥੀਓ, तो ਇਸ ਤਰ੍ਹਾਂ ਗੁਣਾ ਦੇ ਨਾਲ ਅਸੀਂ ਇਸ ਤਰ੍ਹਾਂ ਦੀ ਸਮੱਸਿਆ ਨੂੰ, ਰੋਜ਼ਾਨਾ ਜੀਵਨ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ 5099 ਰੁਪਏ ਦਾ ਵੇਚਦਾ ਹੈ। ਜੇਕਰ ਸਾਰੇ ਦਿਨ ਵਿੱਚ ਉਹ ਅਜਿਹੇ 18 ਮੋਬਾਈਲ ਫੋਨ ਵੇਚਦਾ ਹੈ ਤਾਂ ਉਹ ਕਿੰਨੀ ਰਕਮ ਵਟਦਾ ਹੈ? ਠੀਕ ਹੈ, तो ਇਹ ਸਵਾਲ ਨੂੰ ਤੁਸੀਂ ਆਪਣੇ ਆਪ ਅਭਿਆਸ ਦੇ ਤੌਰ ਤੇ ਕਰਨਾ ਹੈ, ਹੱਲ ਕਰਨਾ ਹੈ। ਇਹਨੂੰ ਬਹੁਤ ਆਸਾਨ ਹੈ। ਇੱਕ ਮੋਬਾਈਲ ਦੀ ਕੀਮਤ ਤੁਹਾਨੂੰ ਦਿੱਤੀ ਹੋਈ ਹੈ ਔਰ ਬਿਲਕੁਲ ਪਿਛਲੇ ਸਵਾਲ ਦੇ ਵਾਂਗ 18 ਮੋਬਾਈਲਾਂ ਦੀ ਕੀਮਤ ਤੁਸੀਂ ਪਤਾ ਕਰਨੀ ਹੈ। तो ਮੈਨੂੰ ਲੱਗਦਾ ਹੈ ਤੁਸੀਂ ਸਮਝ ਗਏ ਹੋਵੋਗੇ ਇਹਦੇ 'ਚ ਕੀ ਕਰਨਾ ਹੈ।
ਬਿਲਕੁਲ ਸਹੀ। ਇਹਦੇ ਵਿੱਚ ਅਸੀਂ ਗੁਣਾ ਕਰਨੀ ਹੈ। 18 ਨੂੰ 5099 ਦੇ ਨਾਲ ਤੁਸੀਂ ਗੁਣਾ ਕਰੋਗੇ ਤਾਂ ਤੁਹਾਨੂੰ ਲੋੜੀਂਦਾ ਉੱਤਰ ਜਿਹੜਾ ਉਹ ਪ੍ਰਾਪਤ ਹੋ ਜਾਏਗਾ। ਠੀਕ ਹੈ। ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਉਹ ਅਸੀਂ ਭਾਗ ਦਾ ਕਰਾਂਗੇ। ਠੀਕ ਹੈ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 7ਵਾਂ ਸਵਾਲ ਕਿ 12525 ਨੂੰ 25 ਨਾਲ ਭਾਗ ਕਰੋ ਅਤੇ ਪੜਤਾਲ ਵੀ ਕਰੋ। ਠੀਕ ਹੈ, ਤਾਂ 12525 ਨੂੰ ਆਪਾਂ 25 ਦੇ ਨਾਲ ਭਾਗ ਕਰਨਾ ਹੈ। ਤਾਂ ਭਾਗ ਕਰਨ ਦੇ ਲਈ ਆਪਾਂ ਕੀ ਕਰਾਂਗੇ, 12525 ਨੂੰ ਅੰਦਰ ਲਿਖਾਂਗੇ ਔਰ 25 ਦੇ ਨਾਲ ਅਸੀਂ ਭਾਗ ਕਰਨਾ ਹੈ, ਇਸ ਨੂੰ ਅਸੀਂ ਬਾਹਰ ਲਿਖਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਦੋਂ ਅਸੀਂ 25 ਦੇ ਨਾਲ ਗੁਣਾ ਕਰਾਂਗੇ ਤਾਂ ਦੇਖੋ ਜਿਹੜੀ ਸੰਖਿਆ ਸਾਡੇ ਕੋਲ 1 ਹੈ ਤਾਂ ਬਹੁਤ ਛੋਟੀ ਹੈ, 12 ਵੀ ਸਾਡੇ ਕੋਲ 25 ਤੋਂ ਛੋਟਾ ਹੈ, ਤਾਂ 125 ਜਿਹੜਾ ਹੈ ਉਹ ਸਾਡੇ ਕੋਲ 25 ਤੋਂ ਵੱਡਾ ਹੈ। ਤਾਂ 25 ਨੂੰ ਜਦੋਂ ਅਸੀਂ 5 ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ 5 5 25, 2 ਹਾਸਲ, 5 ਦੂਣੀ 10 ਤੇ 2 12, ਤਾਂ ਇਹ ਸਾਡੇ ਕੋਲ 125 ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, ਤਾਂ ਪਹਿਲਾ ਭਾਗਫਲ ਦਾ ਜਿਹੜਾ ਅੰਕ ਹੈ ਸਾਡੇ ਕੋਲ ਉਹ 5 ਆਏਗਾ ਔਰ ਇੱਥੇ ਅਸੀਂ 125 ਦੇ ਨਾਲ ਇਹਨੂੰ ਮਾਈਨਸ ਕਰਾਂਗੇ ਜਦੋਂ, ਤਾਂ ਇਹ ਸਾਡੇ ਕੋਲ ਨੀਚੇ 0 ਜਿਹੜਾ ਪ੍ਰਾਪਤ ਹੋ ਜਾਏਗਾ। ਠੀਕ ਹੈ, ਤਾਂ ਇਸ ਤੋਂ ਬਾਅਦ ਅਸੀਂ ਹੁਣ ਕੀ ਕਰਨਾ ਹੈ, ਉੱਪਰੋਂ ਅਸੀਂ ਇੱਕ ਸੰਖਿਆ ਜਿਹੜੀ ਹੈ 2 ਉਹ ਥੱਲੇ ਉਤਾਰਾਂਗੇ। ਠੀਕ ਹੈ, ਹੁਣ 2 ਜਿਹੜੀ ਸੰਖਿਆ ਹੈ 25 ਤੋਂ ਛੋਟੀ ਹੈ, ਇਹਦਾ ਮਤਲਬ ਅਜੇ ਸਾਡਾ ਜਿਹੜਾ ਮਸਲਾ ਉਹ ਹੱਲ ਨਹੀਂ ਹੋਏਗਾ, ਤਾਂ ਅਸੀਂ ਇਹਨੂੰ ਇੱਕ ਸੰਖਿਆ ਜਿਹੜੀ ਹੋਰ ਉੱਤੋਂ ਉਤਾਰਨੀ ਪਏਗੀ, ਇੱਕ ਅੰਕ, ਤਾਂ ਟੋਟਲ ਜਿਹੜਾ 25 ਅਸੀਂ ਨੀਚੇ ਉਤਾਰਾਂਗੇ। ਤਾਂ ਬੱਚੋ ਜਦੋਂ ਵੀ ਸਾਨੂੰ ਕਿਸੇ ਸਵਾਲ ਦੇ ਵਿੱਚ ਇਵੇਂ 2 ਅੰਕ ਇਕੱਠੇ ਉਤਾਰਨੇ ਪੈਂਦੇ ਨੇ ਤਾਂ ਅਸੀਂ ਭਾਗਫਲ ਦੇ ਵਿੱਚ ਇੱਕ 0 ਜਿਹੜੀ ਉਹ ਜ਼ਰੂਰ ਐਡ ਕਰਨੀ ਹੈ, ਜੇ ਨਹੀਂ ਕਰੋਗੇ ਤਾਂ ਤੁਹਾਡਾ ਸਵਾਲ ਜਿਹੜਾ ਉਹ ਗਲਤ ਹੋ ਜਾਏਗਾ। ਠੀਕ ਹੈ, ਬਹੁਤ ਵਾਰ ਬੱਚੇ ਇਹ ਗਲਤੀ ਕਰਦੇ ਨੇ, ਜਦੋਂ 2 ਅੰਕ ਉਤਾਰਨ ਦੀ ਲੋੜ ਪੈਂਦੀ ਹੈ ਉੱਪਰੋਂ ਇਕੱਠੇ ਤਾਂ ਉਹ ਇੱਥੇ 0 1 ਨਹੀਂ ਲਗਾਉਂਦੇ। ਇੱਕ ਅੰਕ ਉਤਾਰਨਾ ਹੈ ਤਾਂ ਉਹਦੇ ਲਈ ਸਾਨੂੰ 0 ਲਗਾਉਣ ਦੀ ਲੋੜ ਨਹੀਂ ਹੈ, ਬਟ ਅਗਰ ਅਸੀਂ 2 ਅੰਕ ਇਕੱਠੇ ਸਾਨੂੰ ਉਤਾਰਨੇ ਪੈ ਜਾਂਦੇ ਨੇ ਕਿਸੇ ਕੇਸ ਦੇ ਵਿੱਚ ਤਾਂ ਇੱਥੇ ਅਸੀਂ 0 1 ਜ਼ਰੂਰ ਲਗਾਣੀ ਹੈ। ਅਗਰ 3 ਅੰਕ ਉਤਾਰਨੇ ਪੈ ਜਾਂਦੇ ਨੇ ਤਾਂ ਸਾਡੇ ਕੋਲ ਇੱਥੇ 2 ਜ਼ੀਰੋਆਂ ਜਿਹੜੀਆਂ ਉਹ ਲਗਾਣੀਆਂ ਪੈਣਗੀਆਂ, ਸਾਨੂੰ 2 ਸਿਫਰਾਂ ਲਗਾਣੀਆਂ ਪੈਣਗੀਆਂ। ਠੀਕ ਹੈ, ਤਾਂ 25 ਨੂੰ ਹੁਣ ਅਸੀਂ 25 ਦੇ ਨਾਲ ਕਰਨਾ ਹੈ, ਤਾਂ 25 ਨੂੰ 25 ਨਾਲ ਭਾਗ ਈਜ਼ੀਲੀ ਕੀਤਾ ਜਾ ਸਕਦਾ। 25 ਨੂੰ ਅਸੀਂ 1 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 25 ਆਏਗਾ। ਠੀਕ ਹੈ, तो घटाओ करके साढ़े कोल जिहड़ा बाकी है वो की बन जाएगा 0। तो कहने का भाव है 12525 ਨੂੰ 25 ਨਾਲ ਭਾਗ ਕੀਤਿਆਂ ਸਾਡੇ ਕੋਲ ਭਾਗਫਲ 501 ਪ੍ਰਾਪਤ ਹੁੰਦਾ ਹੈ। ਹੁਣ ਇਸ ਸਵਾਲ ਦੇ ਵਿੱਚ ਸਾਨੂੰ ਪੜਤਾਲ ਵੀ ਅਗਰ ਕਰਨ ਨੂੰ ਕਿਹਾ ਹੈ ਤਾਂ ਅਸੀਂ ਕੀ ਕਰਨਾ ਹੈ, 25 ਨੂੰ 501 ਦੇ ਨਾਲ ਅਸੀਂ ਗੁਣਾ ਕਰਕੇ ਦੇਖਣਾ ਹੈ ਕਿ ਬਾਕੀ ਸਾਡੇ ਕੋਲ ਵਾਕਈ ਸਾਡੇ ਕੋਲ ਜਿਹੜਾ ਗੁਣਨਫਲ ਹੈ ਉਹ 12525 ਬਣਦਾ ਹੈ ਜਾਂ ਨਹੀਂ। ਠੀਕ ਹੈ, तो ਪੜਤਾਲ ਦੇ ਵਿੱਚ ਆਪਾਂ ਕੀ ਕਰਾਂਗੇ, 501 ਨੂੰ 25 ਨਾਲ गुणा करांगे। ठीक है, तो सब तो पहला 5 ਨੂੰ 1 ਨਾਲ ਕੀਤਾ ਹੈ ਸਾਡੇ ਕੋਲ 5 ਆਏਗਾ, 5 ਨੂੰ 0 ਨਾਲ ਕੀਤਾ 0 ਆਏਗਾ, 5 5 ਸਾਡੇ ਕੋਲੇ 25 ਹੋ ਜਾਏਗਾ। ठीक, ਇਸ ਤੋਂ ਬਾਅਦ 2 ਦੇ ਨਾਲ 2 एकम 2 ਆਏਗਾ, 2 ਨੂੰ 0 ਨਾਲ ਕਰਾਂਗੇ ਤਾਂ 0 ਆਏਗਾ, 5 ਦੂਣੀ ਸਾਡੇ ਕੋਲ ਜਿਹੜਾ ਉਹ ਕੀ ਹੋ ਜਾਏਗਾ 10 ਹੋ ਜਾਏਗਾ। तो 5 ਥੱਲੇ ਆ ਜਾਏਗਾ, 2 ਨੂੰ 0 ਨਾਲ ਜੋੜਿਆ ਤਾਂ 2 ਆਏਗਾ, ਇਹ ਸਾਡੇ ਕੋਲ 5 ਆਏਗਾ, ਇਹ ਸਾਡੇ ਕੋਲ 2 ਆਏਗਾ, ਇਹ ਸਾਡੇ ਕੋਲ 1 ਆਏਗਾ। ਠੀਕ ਹੈ ਵਿਦਿਆਰਥੀਓ, तो बिल्कुल ठीक है। 501 ਨੂੰ ਜਦੋਂ ਅਸੀਂ 25 ਦੇ ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਜਿਹੜਾ ਗੁਣਨਫਲ ਹੈ ਉਹ 12525 ਬਣਦਾ ਹੈ। ਇਹਦਾ ਮਤਲਬ ਕੀ ਹੈ ਕਿ ਪੜਤਾਲ ਸਾਨੂੰ ਇਹ ਦੱਸਦੀ ਹੈ ਕਿ ਸਾਡਾ ਜਿਹੜਾ ਉੱਤਰ 501 ਉਹ ਬਿਲਕੁਲ ਹੀ ਸਹੀ ਹੈ। ਠੀਕ ਹੈ, तो ਇਹਦੇ ਵਿੱਚ ਜਿਹੜਾ ਸਾਡੇ ਕੋਲ ਭਾਗਫਲ ਕੀ ਆ ਜਾਂਦਾ ਹੈ 501 ਜਿਹੜਾ ਉਹ ਸਾਨੂੰ ਪ੍ਰਾਪਤ ਹੁੰਦਾ ਹੈ, ਜੋ ਕਿ ਪੜਤਾਲ ਰਾਹੀਂ ਅਸੀਂ ਦੇਖ ਲਿਆ ਹੈ ਕਿ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਬਹੁਤ ਇੰਪੋਰਟੈਂਟ ਇੱਕ ਜਿਹੜਾ ਰੂਲ ਹੈ, ਸੂਤਰ ਹੈ, ਉਹ ਕੀ ਹੈ ਕਿ 0 ਨੂੰ ਜੇ ਅਸੀਂ 7 ਨਾਲ ਭਾਗ ਕਰਦੇ ਹਾਂ ਸਾਡੇ ਕੋਲ 0 ਆਉਂਦਾ ਹੈ। 0 ਨੂੰ ਅਸੀਂ ਕਿਸੇ ਵੀ ਸੰਖਿਆ ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 0 ਹੀ ਪ੍ਰਾਪਤ ਹੋਏਗਾ। 0 ਨੂੰ ਕਿਸੇ ਸੰਖਿਆ ਨਾਲ 0 ਤੋਂ ਬਿਨਾ ਤਾਂ ਭਾਗ ਕਰਨ ਤੇ ਉੱਤਰ 0 ਹੀ ਹੋਵੇਗਾ। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਜਦੋਂ ਵੀ ਕਿਤੇ ਸਾਨੂੰ ਇਸ ਦੀ ਜ਼ਰੂਰਤ ਪੈਂਦੀ ਹੈ ਕਿਸੇ ਵੀ ਸਵਾਲ ਦੇ ਵਿੱਚ ਕਿ 0 ਨੂੰ ਕਿਸੇ ਵੀ ਸੰਖਿਆ ਨਾਲ ਭਾਗ ਕੀਤਾ ਤਾਂ ਉਹਦਾ ਉੱਤਰ ਹਮੇਸ਼ਾ 0 ਹੀ ਆਏਗਾ। ਉਦਾਹਰਨ ਦੇ ਤੌਰ ਤੇ ਇੱਥੇ 7 ਲਿਆ ਗਿਆ ਹੈ। ਕਿਸੇ ਸੰਖਿਆ ਨੂੰ 0 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਇਹ ਵੀ ਚੀਜ਼ ਅਸੀਂ ਯਾਦ ਰੱਖਣੀ ਹੈ, 0 ਨੂੰ ਕੋਈ ਵੀ ਭਾਗ ਕਰੇ ਤਾਂ 0 ਉੱਤਰ ਆਏਗਾ, ਪਰ 0 ਦੇ ਨਾਲ ਕਿਸੇ ਵੀ ਸੰਖਿਆ ਨੂੰ ਭਾਗ ਨਹੀਂ ਕੀਤਾ ਜਾ ਸਕਦਾ। ਜਿਵੇਂ ਇੱਥੇ 0 ਭਾਗ 7 ਬਰਾਬਰ 0 ਹੈ, ਅਗਰ 7 ਭਾਗ 0 ਆਪਾਂ ਲਿਖਣਾ ਹੋਵੇ ਤਾਂ ਇਹ ਸੰਭਵ ਨਹੀਂ ਹੈ। ਠੀਕ ਹੈ, ਇਹ ਸੰਭਵ ਨਹੀਂ ਹੈ। ਆਪਾਂ ਕਿਸੇ ਵੀ ਸੰਖਿਆ ਨੂੰ 0 ਨਾਲ ਭਾਗ ਨਹੀਂ ਕਰ ਸਕਦੇ। ठीक है विद्यार्थियों, इस तो बाद अगे साडे कोल 8वां सवाल है कि एक दुकानदार कोल 36,000
540 ਖਿਡੌਣੇ ਸਨ, ਉਸਨੇ ਹਰ ਰੋਜ਼ 15 ਖਿਡੌਣੇ ਵੇਚੇ ਤਾਂ ਸਾਰੇ ਖਿਡੌਣੇ ਵੇਚਣ ਵਿੱਚ ਉਸ ਨੂੰ ਕਿੰਨੇ ਦਿਨ ਲੱਗੇ ਹੋਣਗੇ। ਠੀਕ ਹੈ ਵਿਦਿਆਰਥੀਓ, ਤਾਂ 36540 ਉਹਦੇ ਕੋਲ ਟੋਟਲ ਖਿਡੌਣੇ ਸੀਗੇ, ਉਸਨੇ ਹਰ ਰੋਜ਼ 15 ਖਿਡੌਣੇ ਵੇਚੇ ਤਾਂ ਸਾਰੇ ਖਿਡੌਣੇ ਵੇਚਣ ਵਿੱਚ ਉਸ ਨੂੰ ਕਿੰਨੇ ਦਿਨ ਲੱਗਣਗੇ। ਤਾਂ ਇੱਕ ਦਿਨ ਵਿੱਚ ਅਗਰ ਉਹ 15 ਖਿਡੌਣੇ ਦੇ ਵਿੱਚੋਂ ਵੇਚਦਾ ਹੈ, 15 ਇਹਦੇ ਚੋਂ ਘਟ ਜਾਂਦੇ ਨੇ, ਦੂਜੇ ਦਿਨ ਹੋਰ 15 ਵੇਚਦਾ ਹੈ, ਤਾਂ ਟੋਟਲ ਕਿੰਨੇ ਦਿਨ ਲੱਗਣਗੇ ਕਿ ਸਾਰੇ ਖਿਡੌਣੇ ਵਿਕ ਜਾਣ। ਉਹਦੇ ਲਈ ਅਸੀਂ ਇੱਕ ਤਾਂ ਇਹ ਕਰ ਸਕਦੇ ਹਾਂ ਕਿ ਇਹਦੇ ਚੋਂ ਅਸੀਂ 15 15 15 ਮਾਈਨਸ ਕਰਦੇ ਜਾਈਏ, ਦੇਖੀਏ ਕਿੰਨੀ ਵਾਰ ਮਾਈਨਸ ਕਰਨ ਤੇ ਸਾਡੇ ਕੋਲ ਜਿਹੜਾ ਉੱਤਰ ਹੈ ਉਹ 0 ਪ੍ਰਾਪਤ ਹੁੰਦਾ ਹੈ, ਪਰ ਉਹ ਇੱਕ ਬਹੁਤ ਲੰਬਾ ਪ੍ਰੋਸੈਸ ਹੋ ਜਾਏਗਾ। ਉਹਦੀ ਜਗ੍ਹਾ ਤੇ ਘਟਾਓ ਨੂੰ ਅਸੀਂ ਭਾਗ ਦੇ ਵਿੱਚ ਬਦਲ ਸਕਦੇ ਹਾਂ। ਅਸੀਂ 36540 ਨੂੰ 15 ਨਾਲ ਭਾਗ ਕਰਾਂਗੇ ਤਾਂ ਭਾਗ ਕਰਕੇ ਜੋ ਸਾਡੇ ਕੋਲ ਭਾਗਫਲ ਪ੍ਰਾਪਤ ਹੋਏਗਾ ਉਹ ਹੀ ਸਾਡੇ ਕੋਲ ਲੋੜੀਂਦੇ ਦਿਨਾਂ ਦੀ ਗਿਣਤੀ ਹੋਏਗੀ। ਸੋ ਕਰਦੇ ਹਾਂ ਅਸੀਂ 36540 ਨੂੰ, तो 15 ਨੂੰ ਅਸੀਂ ਜਦੋਂ 36 ਹੈ ਸਾਡੇ ਕੋਲ, 15 ਦੂਣਾ 30, 2 ਨਾਲ ਗੁਣਾ ਕਰਾਂਗੇ ਕਿਉਂਕਿ 3 ਨਾਲ ਕਰਾਂਗੇ ਤਾਂ 45 36 ਤੋਂ ਵੱਡਾ ਹੋ ਜਾਏਗਾ। तो ਮਾਈਨਸ ਕਰਾਂਗੇ ਸਾਡੇ ਕੋਲ ਜਿਹੜਾ ਉੱਪਰੋਂ 6 ਪ੍ਰਾਪਤ ਹੋਏਗਾ। ਇਸ ਤੋਂ ਬਾਅਦ ਅਗਲਾ ਜਿਹੜਾ ਅੰਕ ਹੈ ਉਹ ਸਾਡੇ ਕੋਲ 5 ਆ ਜਾਂਦਾ ਹੈ। ਠੀਕ ਹੈ, तो 15 ਏਕਮ 15, 15 ਦੂਣਾ 30, 45 ਤੇ 60, 15 ਚੌਕੇ ਸਾਡੇ ਕੋਲ ਜਿਹੜਾ ਉਹ 60 ਬਣਨਗੇ। तो ਮਾਈਨਸ ਕਰਾਂਗੇ ਫਿਰ ਸਾਡੇ ਕੋਲ ਜਿਹੜਾ 5 ਪ੍ਰਾਪਤ ਹੋਏਗਾ। ਇਸ ਤੋਂ ਬਾਅਦ ਉੱਪਰੋਂ ਜਿਹੜੀ ਸੰਖਿਆ ਸੀ ਉਹ 4 ਉਤਾਰ ਲੈਂਦੇ ਹਾਂ। तो 15 30 45, 15 ਨੂੰ 3 ਨਾਲ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ 45 ਆਏਗਾ। तो 54 ਚੋਂ 45 ਜਦੋਂ ਮਾਈਨਸ ਕੀਤੇ ਤਾਂ ਇਹ ਸਾਡੇ ਕੋਲ 9 ਪ੍ਰਾਪਤ। 54 ਚੋਂ 45 ਮਾਈਨਸ ਕੀਤੇ ਸਾਡੇ ਕੋਲ 9, 0 ਅਸੀਂ ਉਤਾਰੀ। ਠੀਕ ਹੈ, तो 90 ਸਾਡੇ ਕੋਲ ਬਣਿਆ, 15 ਛਿਕਾ 90 ਸਾਡੇ ਕੋਲ ਪ੍ਰਾਪਤ ਹੋ ਜਾਂਦਾ ਹੈ। 90 ਚੋਂ 90 ਘਟਾਏ ਤਾਂ ਬਾਕੀ ਸਾਡੇ ਕੋਲ 0 ਆ ਗਿਆ। ਇਹਦਾ ਮਤਲਬ ਕੀ ਹੈ ਕਿ ਦੁਕਾਨਦਾਰ ਨੂੰ ਸਾਰੇ ਖਿਡੌਣੇ ਵੇਚਣ ਲਈ ਅਗਰ ਉਹ ਹਰ ਰੋਜ਼ 15 ਖਿਡੌਣੇ ਵੇਚਦਾ ਹੈ ਤਾਂ 2436 ਦਿਨ 2436 ਦਿਨ ਉਹਨੂੰ ਟੋਟਲ ਲੱਗਣਗੇ ਸਾਰੇ ਦੇ ਸਾਰੇ ਵੇਚਣ ਦੇ ਲਈ। ਠੀਕ ਹੈ, ਤਾਂ ਆਪਾਂ ਇੱਥੇ ਲਿਖ ਦਿੰਦੇ ਹਾਂ, ਸੋ ਦੁਕਾਨਦਾਰ ਨੂੰ ਸਾਰੇ ਖਿਡੌਣੇ ਵੇਚਣ ਲਈ ਕੁੱਲ 2436 ਦਿਨ ਲੱਗਣਗੇ। ਠੀਕ ਹੈ ਜੀ, ਇਸ ਤੋਂ ਬਾਅਦ ਸਵਾਲ ਸਾਡੇ ਕੋਲ ਜਿਹੜਾ ਹੈ, ਸੰਖਿਆ 160 ਨੂੰ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਨਫਲ 24480 ਹੋ ਜਾਵੇ। ਠੀਕ ਹੈ, तो ਇਹ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ, 24480 ਨੂੰ 160 ਦੇ ਨਾਲ ਭਾਗ ਕਰਾਂਗੇ। ਠੀਕ ਹੈ, ਤਾਂ ਲੋੜੀਂਦੀ ਸੰਖਿਆ ਪਤਾ ਕਰਨ ਲਈ ਅਸੀਂ 24480 ਨੂੰ 160 ਨਾਲ ਭਾਗ ਕਰਾਂਗੇ। ਲੋੜੀਂਦੀ ਸੰਖਿਆ ਪਤਾ ਕਰਨ ਲਈ ਅਸੀਂ 24480 ਨੂੰ 160 ਨਾਲ ਭਾਗ ਕਰਾਂਗੇ। ਠੀਕ ਹੈ, ਭਾਵ ਕਿ 24480 ਵਟਾ 160 ਅਸੀਂ ਕਰਨਾ ਹੈ। ਠੀਕ ਹੈ, तो ਵਿਦਿਆਰਥੀਓ ਇਵੇਂ ਮੈਂ ਕਿਉਂ ਲਿਖਿਆ, ਕਿਉਂਕਿ ਜਿਹੜੀ ਅਖੀਰ ਦੇ ਵਿੱਚ ਸਾਡੇ ਕੋਲ ਇਹ ਦੋਨੋਂ ਜ਼ੀਰੋਆਂ ਨੇ, ਉੱਪਰ ਤੇ ਨੀਚੇ, ਇਹ ਦੋਨੋਂ ਸਿਫਰਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਕੱਟੀਆਂ ਜਾ ਸਕਦੀਆਂ ਨੇ। ਸੋ 24480 ਨੂੰ 160 ਨਾਲ ਭਾਗ ਕਰਨ ਦੀ ਬਜਾਏ ਅਸੀਂ 2448 ਨੂੰ 16 ਨਾਲ ਭਾਗ ਕਰਾਂਗੇ ਤਾਂ ਵੀ ਸਾਡੇ ਕੋਲ ਉਨਾ ਹੀ ਉੱਤਰ ਪ੍ਰਾਪਤ ਹੋਵੇਗਾ। ਠੀਕ ਹੈ, तो ਆਓ ਦੇਖਦੇ ਹਾਂ 2448 ਨੂੰ 16 ਨਾਲ ਭਾਗ ਕਰਨ ਤੇ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ। तो 16 ਏਕਮ 16, 16 ਦੂਣਾ 32 ਜਿਹੜਾ 24 ਤੋਂ ਵੱਡਾ ਹੋ ਜਾਏਗਾ। ਸੋ 16 ਤੱਕ ਹੀ ਅਸੀਂ ਰੱਖਾਂਗੇ। 4 ਚੋਂ 6 ਨਹੀਂ ਕੱਢਿਆ ਜਾ ਸਕਦਾ ਤਾਂ ਅਸੀਂ ਹਾਸਲ ਲਵਾਂਗੇ, ਇੱਥੇ ਸਾਡੇ ਕੋਲ ਇੱਕ ਆ ਜਾਏਗਾ, ਇੱਧਰ 14 ਆ ਜਾਏਗਾ। 14 ਚੋਂ 6 ਮਾਈਨਸ ਕੀਤੇ ਤਾਂ ਇਹ ਸਾਡੇ ਕੋਲ 8 ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਤਾਂ ਉੱਪਰੋਂ ਅਸੀਂ ਇੱਕ ਸੰਖਿਆ ਜਿਹੜੀ 4 ਹੈ ਉਹ ਉਤਾਰ ਲਵਾਂਗੇ। ਤਾਂ 16 ਦੇ ਟੇਬਲ ਵਿੱਚ ਅਗਰ ਅਸੀਂ ਦੇਖੀਏ 16 ਦੇ ਪਹਾੜੇ ਵਿੱਚ ਤਾਂ 16 50 80 ਬਣਦਾ ਹੈ। 16 50 80। ਠੀਕ ਹੈ ਜੀ, तो ਇਹ ਮਾਈਨਸ ਕਰਨ ਤੋਂ ਬਾਅਦ ਇਹ ਸਾਡੇ ਕੋਲ ਇੱਥੇ 4 ਪ੍ਰਾਪਤ ਹੋਏਗਾ। ਇਸੇ ਤਰ੍ਹਾਂ ਹੁਣ ਉੱਪਰੋਂ ਜਿਹੜੀ ਸੰਖਿਆ ਅਸੀਂ 8 ਜਿਹੜੀ ਉਹ ਉਤਾਰ ਲਵਾਂਗੇ। तो 16 ਏਕਮ 16, 16 ਦੂਣਾ 32, 16 30 48, 16 ਨੂੰ 3 ਨਾਲ ਗੁਣਾ ਕਰਨ ਤੇ ਸਾਡੇ ਕੋਲ 48 ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਠੀਕ ਹੈ,
तो बाकी ਜਿਹੜਾ ਸਾਡੇ ਕੋਲ ਉਹ 0 ਆ ਜਾਏਗਾ। तो इस तरह ਅਸੀਂ ਦੇਖਦੇ ਹਾਂ ਜਿਹੜੀ ਲੋੜੀਂਦੀ ਸੰਖਿਆ ਹੈ ਉਹ ਸਾਨੂੰ ਕਿੰਨੀ ਪ੍ਰਾਪਤ ਹੋ ਜਾਂਦੀ ਹੈ 153। ਠੀਕ ਹੈ, ਇਸ ਤਰ੍ਹਾਂ ਲੋੜੀਂਦੀ ਸੰਖਿਆ ਇੱਕ 153 ਨੂੰ ਜੇਕਰ ਅਸੀਂ 160 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 24480 ਆ ਜਾਏਗਾ। ਉਹ ਤੁਸੀਂ ਆਪਣੇ ਆਪ ਕਰਕੇ ਇਸ ਦੀ ਪੜਤਾਲ ਕਰ ਸਕਦੇ ਹੋ। ਬਾਅਦ ਸਾਡੇ ਕੋਲ ਆਖਰੀ ਸਵਾਲ ਜਿਹੜਾ ਅੱਜ ਦਾ ਅਸੀਂ ਕਰਨਾ ਹੈ ਉਹ ਹੈ ਕਿ ਮੈਨੂੰ 25000 ਖੁੱਲੇ ਚਾਹੀਦੇ ਹਨ, ਮੈਨੂੰ ਹੇਠ ਲਿਖੇ ਕਿੰਨੇ ਕਿੰਨੇ ਨੋਟ ਮਿਲ ਸਕਦੇ ਹਨ। ਠੀਕ ਹੈ, ਤਾਂ 25000 ਖੁੱਲੇ ਚਾਹੀਦੇ ਹਨ। ਇਹਦੇ ਵਾਸਤੇ 1000 ਦੇ ਨੋਟ ਵੀ ਮਿਲ ਸਕਦੇ ਨੇ, 500 ਦੇ ਵੀ ਤੇ 100 ਦੇ ਵੀ। ਜੇਕਰ 1000 ਦੇ ਹੀ ਸਾਰੇ ਨੋਟ ਹੋਣਗੇ ਤਾਂ ਸਾਨੂੰ ਉਹ ਕਿੰਨੇ ਨੋਟ ਪ੍ਰਾਪਤ ਹੋਣਗੇ? ਤਾਂ 25000 ਹੈ, ਭਾਵ 25000 ਨੂੰ ਅਸੀਂ 1000 ਨਾਲ ਭਾਗ ਕਰਕੇ ਦੇਖਾਂਗੇ ਤਾਂ ਜੋ ਸਾਡੇ ਕੋਲ ਉੱਤਰ ਪ੍ਰਾਪਤ ਹੋਏਗਾ ਉਹੀ ਇੱਥੇ ਲਿਖਿਆ ਜਾਏਗਾ। ਠੀਕ ਹੈ, ਤਾਂ 25000 ਨੂੰ ਜਦੋਂ ਅਸੀਂ 1000 ਨਾਲ ਭਾਗ ਕਰਦੇ ਹਾਂ ਤਾਂ ਜਿਹੜੀਆਂ ਤਿੰਨੋਂ ਸਿਫਰਾਂ ਨੇ ਇਹ ਸਾਡੇ ਕੋਲ ਕੱਟੀਆਂ ਜਾਣਗੀਆਂ, ਸਾਡੇ ਕੋਲ ਉੱਤਰ ਜਿਹੜਾ 25 ਹੀ ਪ੍ਰਾਪਤ ਹੋ ਜਾਂਦਾ ਹੈ। ਠੀਕ ਹੈ, ਤਾਂ ਇਹਦਾ ਮਤਲਬ 1000 ਦੇ ਜੇਕਰ ਸਾਡੇ ਕੋਲ 25 ਨੋਟ ਹੋਣਗੇ ਤਾਂ ਉਹ 25000 ਬਣ ਜਾਏਗਾ। ਇਸੇ ਢੰਗ ਦੇ ਨਾਲ 25000 ਦੇ ਅਗਰ ਨੋਟ ਅਸੀਂ 500 ਦੇ ਨੋਟ ਦਾ 25000 ਕਰਨਾ ਹੈ ਤਾਂ ਫਿਰ ਕੀ ਕਰਾਂਗੇ? ਅਸੀਂ 25000 ਨੂੰ 500 ਦੇ ਨਾਲ ਭਾਗ ਕਰ ਦਿਆਂਗੇ। ਠੀਕ ਹੈ, 25000 ਨੂੰ ਅਸੀਂ 500 ਦੇ ਨਾਲ ਭਾਗ ਕਰਾਂਗੇ तो 0 ਦੇ ਨਾਲ 0 ਭਾਗ ਕਰ ਲੈਂਗੇ, ਕੱਟ ਜਾਂਦੀ ਹੈ, तो ਇਹ ਸਾਡੇ ਕੋਲ 250/5 ਬਚਦਾ ਹੈ। ਠੀਕ ਹੈ, तो 250 ਨੂੰ ਜਦੋਂ ਅਸੀਂ 5 ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਬਰਾਬਰ 50 ਆ ਜਾਂਦਾ ਹੈ। ਠੀਕ ਹੈ, ਤੇ ਇਹਦਾ ਮਤਲਬ 500 ਦੇ ਜੇਕਰ ਸਾਡੇ ਕੋਲ 50 ਨੋਟ ਹੋ ਜਾਂਦੇ ਨੇ ਤਾਂ ਉਹ ਸਾਡੇ ਕੋਲ 25000 ਦੇ ਬਰਾਬਰ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਜੇਕਰ 100 ਦੇ ਨੋਟ ਹੀ ਅਸੀਂ ਸਾਰੇ ਲੈਣੇ ਹੋਣ ਫਿਰ 25000 ਦੇ ਕਿੰਨੇ ਸਾਡੇ ਕੋਲ ਨੋਟ ਬਣਨੇ ਚਾਹੀਦੇ ਨੇ? 100 ਦੇ ਨੋਟ ਕਿੰਨੇ ਬਣਨੇ ਚਾਹੀਦੇ ਨੇ? ਉਹਦੇ ਲਈ ਅਸੀਂ 25000 ਨੂੰ 100 ਦੇ ਨਾਲ ਭਾਗ ਕਰਕੇ ਦੇਖ ਲੈਂਦੇ ਹਾਂ। ਠੀਕ ਹੈ, 25000 ਨੂੰ ਜਦੋਂ ਅਸੀਂ 100 ਨਾਲ ਭਾਗ ਕਰਾਂਗੇ ਤਾਂ ਇਹ ਦੋ ਸਿਫਰਾਂ ਜਿਹੜੀਆਂ ਉਹ ਕੱਟੀਆਂ ਜਾਣਗੀਆਂ, ਸਾਡੇ ਕੋਲ ਜਿਹੜਾ ਉੱਤਰ ਹੈ ਉਹ 250 ਪ੍ਰਾਪਤ ਹੋ ਜਾਏਗਾ। ਇਹਦਾ ਮਤਲਬ 100 ਦੇ ਜੇਕਰ ਸਾਡੇ ਕੋਲ 250 ਨੋਟ ਬਣਦੇ ਨੇ ਤਾਂ ਸਾਡੇ ਕੋਲ ਟੋਟਲ ਜਿਹੜਾ ਹੈ ਉਹ 25000 ਬਣੇਗਾ। ਠੀਕ ਹੈ ਵਿਦਿਆਰਥੀਓ, ਤਾਂ ਇਹਦੇ 'ਚ ਅਸੀਂ ਕੀ ਕੀਤਾ ਹੈ? ਇਹਦੇ 'ਚ ਅਸੀਂ ਭਾਗ ਕੀਤੀ ਹੈ ਆਪਣੇ ਮਸਲੇ ਨੂੰ ਹੱਲ ਕਰਨ ਦੇ ਲਈ। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਗੁਣਾ ਅਤੇ ਭਾਗ ਦੇ ਜਿਹੜੇ ਅਸੀਂ ਸਾਰੇ ਸਵਾਲ ਕੀਤੇ ਨੇ, ਕਿਸ ਤਰ੍ਹਾਂ ਆਪਣੀਆਂ ਬਹੁਤ ਜਗ੍ਹਾ ਅਸੀਂ ਦੇਖਿਆ ਕਿ ਜਿਹੜੀ ਗਣਨਾ ਹੈ ਉਹਨੂੰ ਸੌਖਾ ਕੀਤਾ ਜਾ ਸਕਦਾ ਹੈ ਗੁਣਾ ਅਤੇ ਭਾਗ ਨੂੰ ਵਰਤ ਕੇ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਹਰ ਇੱਕ ਸਵਾਲ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਨੋਟ ਵੀ ਕੀਤਾ ਹੋਏਗਾ, ਸਮਝਿਆ ਵੀ ਹੋਏਗਾ ਤੇ ਮੇਰੇ ਨਾਲ ਹੱਲ ਵੀ ਕੀਤਾ ਹੋਏਗਾ। ਤੇ ਉਹਨਾਂ ਬੱਚਿਆਂ ਨੂੰ ਬਹੁਤ ਖੁਸ਼ੀ ਵੀ ਹੋਏਗੀ ਜਿਨ੍ਹਾਂ ਨੇ ਸਵਾਲ ਮੇਰੇ ਤੋਂ ਪਹਿਲਾਂ ਹੱਲ ਕੀਤਾ ਤੇ ਉਹਨਾਂ ਦਾ ਆਨਸਰ ਬਿਲਕੁਲ ਸਹੀ ਗਿਆ। ਠੀਕ ਹੈ ਵਿਦਿਆਰਥੀਓ, ਸੋ ਇੱਥੇ ਹੀ ਸਾਡੇ ਕੋਲ ਜਿਹੜੀ ਦੁਹਰਾਈ ਹੈ ਬੇਸਿਕ ਆਪਰੇਸ਼ਨਸ ਦੀ, ਮੌਲਿਕ ਸੰਕਰਿਆਵਾਂ ਦੀ, ਉਹ ਅੱਜ ਸਮਾਪਤ ਹੁੰਦੀ ਹੈ। ਪਰ ਇਹ ਦੁਹਰਾਈ ਤੁਸੀਂ ਹੋਰ ਕਿਤਾਬ ਦੇ ਵਿੱਚੋਂ ਆਪਣੇ ਸਵਾਲ ਦੇਖ ਕੇ ਕਰਦੇ ਰਹਿਣਾ ਹੈ ਜਦੋਂ ਤੱਕ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਈਜ਼ੀ ਨਹੀਂ ਹੋ ਜਾਂਦੀਆਂ, ਸੌਖੀਆਂ ਨਹੀਂ ਹੋ ਜਾਂਦੀਆਂ। ਠੀਕ ਹੈ, ਤਾਂ ਠੀਕ ਹੈ ਵਿਦਿਆਰਥੀਓ, ਤਾਂ ਮਿਲਾਂਗੇ ਅਗਲੇ ਲੈਸਨ ਦੇ ਵਿੱਚ। ਉਦੋਂ ਤੱਕ ਮੈਨੂੰ ਰਾਜਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।